ਸੋਨ ਆਫ ਬੇਸਿਕ ਇੱਕ ਲਗਭਗ 350 ਰੁਪਏ ਦਾ ਵਾਈਫਾਈ ਸਵਿਚ ਜਿਹੜਾ ਕਿ ਚੰਦ ਮਿੰਟਾਂ 'ਚ ਹੀ ਕਿਸੇ ਵੀ ਉਪਕਰਨ ਨੂੰ ਸਮਾਰਟ ਬਣਾ ਸਕਦਾ ਹੈ। ਹੁਣੇ ਤੱਕ ਤੁਸੀਂ ਇਸ ਸੋਨ ਆਫ ਬੇਸਿਕ ਨੂੰ ਕੋਈ ਇੱਕ ਡਿਵਾਈਸ ਨੂੰ ਕੰਟਰੋਲ ਕਰਨ ਲਈ ਵਰਤ ਰਹੇ ਹੋਣੇ ਹੋ, ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਨਾਲ ਇੱਕ ਤੋਂ ਵੱਧ ਚੀਜ਼ਾਂ ਵੀ ਕੰਟਰੋਲ ਕਰ ਸਕਦੇ ਹੋ? ਕਿਵੇਂ? ਇਸ ਵੀਡੀਓ 'ਚ ਵੇਖੋ। ਸੋਨ ਆਫ ਬੇਸਿਕ ਜਿਵੇਂ ਕਿ ਨਾਂ ਹੀ ਦੱਸ ਰਿਹਾ ਹੈ, ਇਹ ਇੱਕ ਬੇਸਿਕ ਟਾਈਪ ਦਾ ਵਾਈਫਾਈ ਸਵਿਚ ਹੈ ਜੋ ਕਿਸੇ ਇੱਕ ਡਿਵਾਈਸ ਨੂੰ ਕੰਟਰੋਲ ਕਰ ਸਕਦਾ ਹੈ। ਪਰ ਦੋਸਤੋ, ਥੋੜ੍ਹੇ ਜਿਹੇ ਬਦਲਾਵ ਨਾਲ ਅਸੀਂ ਇਸ ਨਾਲ 4 ਡਿਵਾਈਸਿਸ ਵੀ ਚਲਾ ਸਕਦੇ ਹਾਂ ਤੇ ਉਹ ਵੀ ਬਿਲਕੁਲ ਆਸਾਨੀ ਨਾਲ। ਚਲੋ ਸ਼ੁਰੂ ਕਰਦੇ ਹਾਂ। ਇਸ ਤਰੀਕੇ ਲਈ 3 ਸਟੈਪ ਹਨ। ਪਹਿਲਾ ਸਟੈਪ ਹੈ ਫਲੈਸ਼ਿੰਗ, ਦੂਜਾ ਹੈ ਸੌਫਟਵੇਅਰ ਅਤੇ ਤੀਜਾ ਹੈ ਹਾਰਡਵੇਅਰ। ਮੁਸ਼ਕਲ ਲੱਗ ਰਿਹਾ ਹੈ, ਪਰ ਹੈ ਨਹੀਂ। ਚਲੋ ਪਹਿਲੇ ਸਟੈਪ ਨੂੰ ਵੇਖਦੇ ਹਾਂ ਜੋ ਕਿ ਫਲੈਸ਼ਿੰਗ ਹੈ। ਸੋਨ ਆਫ ਨੇ ਫਲੈਸ਼ਿੰਗ ਲਈ ਇਸ ਸਵਿਚ ਅੰਦਰ ਇੱਕ ਪਿਨ ਹੈਡਰ ਦਿੱਤਾ ਹੈ ਜਿਸ ਵਿੱਚ 4 ਪਿੰਨਾਂ ਨੇ: 3.3 ਵੋਲਟ, RX, TX ਅਤੇ ਗਰਾਊਂਡ। ਅਸੀਂ ਇਹਨਾਂ 4 ਪਿੰਨਾਂ ਦੀ ਮਦਦ ਨਾਲ ਇਸ ਨੂੰ ਫਲੈਸ਼ ਕਰ ਸਕਦੇ ਹਾਂ। ਉਸ ਦੇ ਲਈ ਸਾਨੂੰ ਇੱਕ FTDI ਅਡਾਪਟਰ ਦੀ ਲੋੜ ਪਵੇਗੀ। ਇਸ ਅਡਾਪਟਰ ਨੂੰ ਆਪਣੇ ਸੋਨ ਆਫ ਨਾਲ ਇਸ ਤਰ੍ਹਾਂ ਜੋੜੋ। ਅਡਾਪਟਰ ਤੋਂ 3.3 ਵੋਲਟ ਸੋਨ ਆਫ ਦੇ 3.3 ਵੋਲਟ ਤੇ, TX ਨੂੰ RX ਨਾਲ, RX ਨੂੰ TX ਨਾਲ ਅਤੇ ਗਰਾਊਂਡ ਨੂੰ ਗਰਾਊਂਡ ਨਾਲ ਜੋੜੋ। ਹੁਣ ਸੋਨ ਆਫ ਦੇ ਬਟਨ ਨੂੰ ਦਬਾ ਕੇ ਰੱਖੋ ਅਤੇ FTDI ਅਡਾਪਟਰ ਨੂੰ ਕੰਪਿਊਟਰ ਦੇ USB ਪੋਰਟ ਤੇ ਲਗਾਓ। 2 ਸੈਕਿੰਡ ਵੇਟ ਕਰੋ ਅਤੇ ਫਿਰ ਬਟਨ ਨੂੰ ਛੱਡ ਦਿਓ। ਤੁਹਾਡਾ ਸੋਨ ਆਫ ਸਵਿਚ ਹੁਣ ਫਲੈਸ਼ਿੰਗ ਲਈ ਤਿਆਰ ਹੈ। ਚਲੋ ਹੁਣ ਸੌਫਟਵੇਅਰ ਪਾਰਟ ਵੱਲ ਚੱਲਦੇ ਹਾਂ। ਹੁਣ ਅਸੀਂ ਇੱਕ ਨਵੀਂ ਫਰਮਵੇਅਰ ਟਸਮੋਟਾ ਨੂੰ ਇਸ ਸਵਿਚ ਵਿੱਚ ਫਲੈਸ਼ ਕਰਾਂਗੇ। ਇਸ ਲਿੰਕ ਤੇ ਜਾਓ ਅਤੇ tasmota.bin ਫਾਈਲ ਨੂੰ ਡਾਊਨਲੋਡ ਕਰੋ। ਹੁਣ ਇਸ ਲਿੰਕ ਤੇ ਜਾਓ ਅਤੇ ਟੈਸਮੋਟਾਈਜ਼ਰ ਨੂੰ ਡਾਊਨਲੋਡ ਕਰ ਲਵੋ। ਤੁਸੀਂ ਆਪਸ਼ਨ 1 ਗੈਟ ਵਿੰਡੋਜ਼ ਸਟੈਂਡਅਲੋਨ ਐਗਜ਼ੀਕਿਊਟੇਬਲ ਤੇ ਕਲਿੱਕ ਕਰਨਾ ਹੈ। ਮੈਂ ਵਿੰਡੋਜ਼ ਵਰਤਦਾ ਹਾਂ। ਜੇ ਤੁਸੀਂ ਕੋਈ ਹੋਰ ਆਪਰੇਟਿੰਗ ਸਿਸਟਮ ਵਰਤ ਰਹੇ ਹੋ ਤਾਂ ਉਸ ਮੁਤਾਬਿਕ ਡਾਊਨਲੋਡ ਕਰਨਾ। ਉਸੇ ਪੇਜ ਤੇ ਸਾਰੀਆਂ ਆਪਸ਼ਨ ਦਿੱਤੀਆਂ ਹੋਈਆਂ ਹਨ। ਹੁਣ ਟੈਸਮੋਟਾਈਜ਼ਰ ਨੂੰ ਖੋਲ੍ਹੋ। ਅਗਰ ਸੀਰੀਅਲ ਪੋਰਟ ਨਹੀਂ ਦਿਸ ਰਹੀ ਹੈ ਤੇ ਉਸ ਨੂੰ ਆਟੋ ਡਿਟੈਕਟ ਕਰਨ ਲਈ ਰੀਫਰੈਸ਼ ਦੇ ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਸੋਨ ਆਫ ਦੀ ਓਰੀਜਨਲ ਫਰਮਵੇਅਰ ਦਾ ਬੈਕਅਪ ਰੱਖਣਾ ਚਾਹੁੰਦੇ ਹੋ ਤਾਂ ਕਿ ਜੇ ਬਾਅਦ ਹੀ ਤੁਸੀਂ ਉਸ ਨੂੰ ਵਾਪਸ ਰੀਸਟੋਰ ਕਰਨਾ ਚਾਹੋ ਤੇ ਕਰ ਸਕੋ, ਤਾਂ ਸੇਵ ਓਰੀਜਨਲ ਫਰਮਵੇਅਰ ਤੇ ਕਲਿੱਕ ਕਰਨਾ ਨਾ ਭੁੱਲਿਓ। ਹੁਣ ਓਪਨ ਤੇ ਕਲਿੱਕ ਕਰਕੇ ਪਹਿਲਾਂ ਤੋਂ ਡਾਊਨਲੋਡ ਕੀਤੀ tasmota.bin ਫਾਈਲ ਨੂੰ ਸਿਲੈਕਟ ਕਰੋ ਅਤੇ ਟੈਸਮੋਟਾਈਜ਼ ਤੇ ਕਲਿੱਕ ਕਰ ਦਿਓ। ਜੇ ਤੁਸੀਂ ਬੈਕਅਪ ਆਪਸ਼ਨ ਸਿਲੈਕਟ ਕੀਤੀ ਹੈ ਤਾਂ ਇਹ ਪਹਿਲਾਂ ਮੌਜੂਦਾ ਸੋਨ ਆਫ ਫਰਮਵੇਅਰ ਦਾ ਬੈਕਅਪ ਲਵੇਗਾ। ਕੰਪਲੀਟ ਹੋਣ ਤੇ ਤੁਹਾਨੂੰ ਦੁਬਾਰਾ FTDI ਅਡਾਪਟਰ ਨੂੰ ਕੱਢ ਕੇ ਦੁਬਾਰਾ ਲਗਾਉਣਾ ਹੈ, ਜਿੱਦਾਂ ਪਹਿਲਾਂ ਬਟਨ ਦਬਾ ਕੇ ਫਲੈਸ਼ਿੰਗ ਲਈ ਲਗਾਇਆ ਸੀ। ਹੁਣ ਓਕੇ ਕਲਿੱਕ ਕਰੋ। ਜਦੋਂ ਇਹ ਪ੍ਰੋਸੈਸ ਪੂਰਾ ਹੋ ਜਾਵੇਗਾ, ਤੁਹਾਡਾ ਸੋਨ ਆਫ ਸਵਿਚ ਰੀਬੂਟ ਹੋਏਗਾ ਤੇ ਇੱਕ ਟੈਸਮੋਟਾ ਨਾਂ ਤੋਂ ਐਕਸੈਸ ਪੁਆਇੰਟ ਬਣਾ ਦੇਵੇਗਾ। ਇਸ ਐਕਸੈਸ ਪੁਆਇੰਟ ਨਾਲ ਕਨੈਕਟ ਕਰੋ। ਹੁਣ ਬਰਾਊਜ਼ਰ ਖੋਲ੍ਹੋ ਅਤੇ ਉਸ ਵਿੱਚ 192.168.4.1 ਐਡਰੈਸ ਪਾਓ ਤੇ ਐਂਟਰ ਦਬਾਓ। ਇਸੇ ਨਾਲ ਤੁਸੀਂ ਟੈਸਮੋਟਾ ਦੇ ਮੁੱਖ ਪੇਜ ਤੇ ਪਹੁੰਚ ਜਾਓਗੇ। ਆਪਣਾ ਵਾਈਫਾਈ SSID ਅਤੇ ਪਾਸਵਰਡ ਪਾ ਕੇ ਸੇਵ ਕਰ ਦਿਓ। ਇਸੇ ਦੇ ਨਾਲ ਹੀ ਤੁਹਾਡਾ ਸੋਨ ਆਫ ਹੁਣ ਤੁਹਾਡੇ ਰਾਊਟਰ ਨਾਲ ਕਨੈਕਟ ਹੋ ਜਾਵੇਗਾ। ਆਪਣੇ ਰਾਊਟਰ ਦੇ ਸੈਟਿੰਗ ਪੇਜ ਨੂੰ ਖੋਲ੍ਹੋ ਅਤੇ ਇਸ ਸੋਨ ਆਫ ਦੇ IP ਐਡਰੈਸ ਨੂੰ ਵੇਖੋ ਜਿਹੜਾ ਕਿ ਟੈਸਮੋਟਾ ਨਾਂ ਤੋਂ ਆ ਰਿਹਾ ਹੋਣਾ ਹੈ। IP ਐਡਰੈਸ ਪਤਾ ਚੱਲਣ ਤੋਂ ਬਾਅਦ ਉਸ ਨੂੰ ਬਰਾਊਜ਼ਰ ਵਿੱਚ ਪਾਓ ਅਤੇ ਇੱਕ ਵਾਰ ਫਿਰ ਤੁਸੀਂ ਟਸਮੋਟਾ ਮੁੱਖ ਪੇਜ ਤੇ ਪਹੁੰਚ ਜਾਓਗੇ। ਜੇ ਨਹੀਂ ਪਹੁੰਚੇ ਤਾਂ ਇੱਕ ਵਾਰੀ ਸੋਨ ਆਫ ਨੂੰ ਬੰਦ ਕਰਕੇ ਚਲਾ ਲਿਓ ਜਾਂ IP ਐਡਰੈਸ ਨੂੰ ਦੁਬਾਰਾ ਜਾਂਚ ਲਓ। ਮੁੱਖ ਪੇਜ ਤੇ ਪਹੁੰਚਣ ਤੋਂ ਬਾਅਦ ਟੌਗਲ ਤੇ ਕਲਿੱਕ ਕਰਕੇ ਵੇਖੋ ਕਿ ਤੁਹਾਡੇ ਸੋਨ ਆਫ ਤੇ ਲੱਗੀ LED ਬੰਦ ਅਤੇ ਚਾਲੂ ਹੋ ਰਹੀ ਹੈ।
ਜੇ ਹੋ ਰਹੀ ਹੈ ਤਾਂ ਇਸ ਦਾ ਮਤਲਬ ਤੁਸੀਂ ਆਪਣੇ ਸੌਨ ਆਫ ਸਵਿਚ ਨੂੰ ਟੈਸਮੋਟਾ ਨਾਲ ਫਲੈਸ਼ ਕਰਨ ਵਿੱਚ ਕਾਮਯਾਬ ਹੋਏ ਹੋ। ਚਲੋ ਹੁਣ ਇਸ ਦੀਆਂ ਕੁਝ ਐਡਵਾਂਸ ਸੈਟਿੰਗ ਕਰ ਲੈਂਦੇ ਹਾਂ। ਤੇ ਉਸ ਲਈ ਦੁਬਾਰਾ ਕਲਿੱਕ ਕਰੋ ਕਨਫੀਗਰੇਸ਼ਨ ਅਤੇ ਕਨਫੀਗਰ ਮੋਡਿਊਲ। ਹੁਣ ਤੁਹਾਨੂੰ ਸੌਨ ਆਫ ਬੇਸਿਕ ਮੋਡਿਊਲ ਪੈਰਾਮੀਟਰ ਪੇਜ ਦਿਸੇਗਾ। ਹੁਣ ਇੱਥੇ ਦੋ ਚੀਜ਼ਾਂ ਹੋ ਸਕਦੀਆਂ ਨੇ। ਪਹਿਲੀ, ਜੇਕਰ ਤੁਸੀਂ ਸੌਨ ਆਫ ਦਾ ਪੁਰਾਣਾ ਸਮਾਰਟ ਸਵਿਚ ਵਰਤ ਰਹੇ ਹੋ ਜਿਸ ਵਿੱਚ ESP 8266 ਚਿਪ ਲੱਗੀ ਹੈ, ਤਾਂ ਉਸ ਵਿੱਚ ਇਹ GPIO ਪਿੰਨਾਂ ਹੋਣਗੀਆਂ ਜਿਨ੍ਹਾਂ ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। GPIO 0 ਇਸ ਉੱਤੇ ਲੱਗੇ ਬਟਨ ਨਾਲ ਕਨੈਕਟ ਹੋਏਗੀ, GPIO 1 TX ਨਾਲ, GPIO 3 RX ਨਾਲ, GPIO 12 ਇਸ ਉੱਤੇ ਲੱਗੀ ਰਿਲੇ ਨਾਲ, GPIO 13 ਇਸ ਉੱਤੇ ਲੱਗੀ LED ਨਾਲ ਅਤੇ GPIO 14 ਖਾਲੀ ਛੱਡੀ ਹੋਏਗੀ। ਇਸ ਪੇਜ ਤੇ ਅਸੀਂ ਆਸਾਨੀ ਨਾਲ GPIO 1 2 3 4 ਅਤੇ 14 ਨੂੰ ਸੈੱਟ ਕਰ ਸਕਦੇ ਹਾਂ, ਪਰ ਇਹਨਾਂ 5 ਪਿੰਨਾਂ ਚੋਂ GPIO 2 ਅਤੇ 4 ਨੂੰ ਜੋੜਨਾ ਆਸਾਨ ਨਹੀਂ ਹੋਏਗਾ। ਇਸ ਲਈ ਅਸੀਂ ਬਾਕੀ ਦੀਆਂ 3 ਪਿੰਨਾਂ ਦੀ ਵਰਤੋਂ ਕਰਾਂਗੇ। ਸੋ ਇਸ ਦਾ ਮਤਲਬ ਅਸੀਂ ਇਸ ਵਿੱਚੋਂ 3 ਹੋਰ ਰਿਲੇ ਬਹੁਤ ਹੀ ਆਸਾਨੀ ਨਾਲ ਜੋੜ ਸਕਦੇ ਹਾਂ। ਜੇਕਰ ਤੁਸੀਂ ਥੋੜ੍ਹਾ ਜਿਹਾ ਹੋਰ ਉਦਮ ਕਰ ਸਕਦੇ ਹੋ, ਯਾਨੀ ਕੁਝ ਤਾਰਾਂ ਨੂੰ ਸੋਲਡਰ ਕਰ ਸਕਦੇ ਹੋ, ਤਾਂ ਤੁਸੀਂ ਇਸ ਨਾਲ 3 ਤੋਂ ਵੱਧ ਰਿਲੇ ਵੀ ਕੰਟਰੋਲ ਕਰ ਸਕਦੇ ਹੋ। ਜੇ ਉਹ ਤਰੀਕਾ ਵੀ ਜਾਣਨਾ ਚਾਹੁੰਦੇ ਹੋ ਤਾਂ ਹੇਠਾਂ ਕਮੈਂਟ ਕਰ ਦੇਣਾ, ਮੈਂ ਉਸ ਵਾਸਤੇ ਇੱਕ ਵੱਖਰੀ ਵੀਡੀਓ ਬਣਾ ਦੇਵਾਂਗਾ। ਹੁਣ ਅਸੀਂ GPIO 1 3 ਅਤੇ 14 ਨੂੰ ਸੈੱਟ ਕਰਾਂਗੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ। ਇਹਨਾਂ ਨੂੰ ਰਿਲੇ ਤੇ ਸੈੱਟ ਕਰ ਦਿਓ ਅਤੇ ਇਹਨਾਂ ਦਾ ਨੰਬਰ 2 ਤੋਂ ਸ਼ੁਰੂ ਕਰਦੇ ਹੋਏ ਸੈੱਟ ਕਰੋ, ਕਿਉਂਕਿ ਇੱਕ ਨੰਬਰ ਸੌਨ ਆਫ ਦੀ ਆਪਣੀ ਰਿਲੇ ਦਾ ਸੈੱਟ ਹੁੰਦਾ ਹੈ। ਜੇਕਰ ਤੁਸੀਂ 3 ਹੋਰ ਰਿਲੇ ਨਹੀਂ ਲਗਾਉਣੀਆਂ ਤੇ ਖਾਲੀ ਪਿੰਨਾਂ ਨੂੰ ਨਨ ਤੇ ਸੈੱਟ ਕਰ ਦਿਓ, ਜਾਂ ਤੁਸੀਂ ਖਾਲੀ ਪਿੰਨਾਂ ਨੂੰ ਇੱਕ ਬਟਨ ਲਗਾਉਣ ਵਾਸਤੇ ਵੀ ਵਰਤ ਸਕਦੇ ਹੋ ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ। ਬਟਨ ਦਾ ਨੰਬਰ ਜਿਸ ਰਿਲੇ ਨੂੰ ਕੰਟਰੋਲ ਕਰਨਾ ਹੋਵੇ ਉਸ ਦੇ ਵਰਗਾ ਹੀ ਰੱਖੋ, ਜਾਂ ਫਿਰ ਤੁਸੀਂ ਖਾਲੀ ਪਿੰਨਾਂ ਤੇ ਇੱਕ DHT 11 ਟੈਂਪਰੇਚਰ ਅਤੇ ਹਿਊਮਿਡਿਟੀ ਸੈਂਸਰ ਵੀ ਲਗਾ ਸਕਦੇ ਹੋ, ਜਿਸ ਨਾਲ ਤੁਸੀਂ ਬਾਅਦ ਵਿੱਚ ਕਈ ਆਟੋਮੇਸ਼ਨਸ ਵੀ ਬਣਾ ਸਕਦੇ ਹੋ। ਪਸੰਦੀਦਾ ਸੈਟਿੰਗ ਕਰਨ ਤੋਂ ਬਾਅਦ ਉਸ ਨੂੰ ਸੇਵ ਕਰੋ ਅਤੇ ਸੌਨ ਆਫ ਸਵਿਚ ਰੀਸਟਾਰਟ ਹੋ ਜਾਵੇਗਾ। ਹੁਣ ਦੂਜੀ ਗੱਲ, ਜੇਕਰ ਤੁਸੀਂ ਸੌਨ ਆਫ ਦਾ ਨਵਾਂ ਵਾਲਾ ਸਵਿਚ ਵਰਤ ਰਹੇ ਹੋ ਜਿਸ ਵਿੱਚ ESP 8285 ਚਿਪ ਹੈ, ਤਾਂ ਉਸ ਵਿੱਚ ਸਾਰੀਆਂ GPIO ਪਿਨ ਸੇਮ ਨੇ, ਸਿਰਫ GPIO 14 ਨੂੰ ਛੱਡ ਕੇ। GPIO 14 ਪਿਨ ਇਸ ਵਿੱਚ ਕਨੈਕਟ ਨਹੀਂ ਕੀਤੀ ਹੋਈ ਹੈ, ਪਰ ਉਸ ਦੀ ਥਾਂ GPIO 2 ਮੌਜੂਦ ਹੈ। ਸੋ ਇਸ ਵਰਜ਼ਨ ਵਿੱਚ ਅਸੀਂ GPIO 14 ਦੀ ਥਾਂ GPIO 2 ਨੂੰ ਵਰਤ ਸਕਦੇ ਹਾਂ। ਸੋ ਇਹਦਾ ਮਤਲਬ ਹੋਇਆ ਕਿ ਨਵੇਂ ਵਰਜ਼ਨ ਵਿੱਚ ਵੀ ਅਸੀਂ 3 ਹੋਰ ਰਿਲੇ ਲਗਾ ਸਕਦੇ ਹਾਂ। GPIO 1 2 ਅਤੇ 3 ਨੂੰ ਵਿਖਾਏ ਗਏ ਤਰੀਕੇ ਨਾਲ ਸੈੱਟ ਕਰੋ। ਪਹਿਲਾਂ ਦੀ ਤਰ੍ਹਾਂ ਜੇ ਤੁਸੀਂ 3 ਰਿਲੇ ਨਹੀਂ ਲਗਾਉਣੀਆਂ ਤੇ ਖਾਲੀ ਪਿੰਨਾਂ ਨੂੰ ਨਨ ਤੇ ਸੈੱਟ ਕਰੋ, ਜਾਂ ਉਹਨਾਂ ਨੂੰ ਇੱਕ ਬਟਨ ਲਈ ਜਾਂ DHT ਸੈਂਸਰ ਲਈ ਵੀ ਵਰਤ ਸਕਦੇ ਹੋ। ਇੱਕ ਵਾਰ ਸਭ ਸੈਟਿੰਗ ਕਰ ਲੈਣ ਤੋਂ ਬਾਅਦ ਸੇਵ ਕਰੋ ਅਤੇ ਤੁਹਾਡਾ ਸਵਿਚ ਰੀਸਟਾਰਟ ਹੋ ਜਾਵੇਗਾ। ਦੋਵੇਂ ਤਰੀਕਿਆਂ 'ਚ ਰੀਸਟਾਰਟ ਹੋਣ ਤੋਂ ਬਾਅਦ ਤੁਹਾਡੀਆਂ ਸੈੱਟ ਕੀਤੀਆਂ ਰਿਲੇ ਦੇ ਮੁਤਾਬਿਕ ਤੁਸੀਂ ਉਹਨਾਂ ਦੇ ਬਟਨ ਉਹਨਾਂ ਦੇ ਨੰਬਰ ਦੇ ਨਾਲ ਵੇਖ ਸਕੋਗੇ। ਹੁਣ ਇੱਥੇ ਸਾਡਾ ਸੌਫਟਵੇਅਰ ਵਾਲਾ ਹਿੱਸਾ ਖਤਮ ਹੁੰਦਾ ਹੈ। ਹੁਣ ਅਸੀਂ ਹਾਰਡਵੇਅਰ ਵਾਲੇ ਹਿੱਸੇ ਵੱਲ ਵਧਦੇ ਹਾਂ। ਹਾਰਡਵੇਅਰ ਲਈ ਜਿੰਨੀਆਂ ਚੀਜ਼ਾਂ ਅਸੀਂ ਐਕਸਟਰਾ ਕੰਟਰੋਲ ਕਰਨੀਆਂ ਹਨ, ਉਤਨੀਆਂ ਹੀ DC 5 ਵੋਲਟ ਰਿਲੇ ਮੋਡਿਊਲ ਦੀ ਲੋੜ ਪਵੇਗੀ। ਤੁਸੀਂ ਇੱਕ ਸਿੰਗਲ ਚੈਨਲ ਜਾਂ ਡਬਲ ਚੈਨਲ ਰਿਲੇ ਮੋਡਿਊਲ ਵੀ ਯੂਜ਼ ਕਰ ਸਕਦੇ ਹੋ, ਪਰ ਧਿਆਨ ਰੱਖਣਾ ਕਿ ਰਿਲੇ ਮੋਡਿਊਲ ਤੁਸੀਂ ਉਹ ਯੂਜ਼ ਕਰਨੇ ਹਨ ਜਿਨ੍ਹਾਂ ਵਿੱਚ ਆਪਟੋ ਕਪਲਰ ਵੀ ਲੱਗੇ ਹੋਣ, ਤਾਂ ਕਿ ਅਸੀਂ ਦੋਨੋਂ ਬੋਰਡਾਂ ਵਿੱਚ ਇੱਕ ਆਈਸੋਲੇਸ਼ਨ ਰੱਖ ਸਕੀਏ। ਹੁਣ ਸੌਨ ਆਫ ਬੋਰਡ ਤੇ ਲੱਗੀ ਰਿਲੇ ਦੀ ਇੱਕ ਸਾਈਡ ਜਾਂ AM 1117 ਵੋਲਟੇਜ ਰੈਗੂਲੇਟਰ ਦੀ ਤੀਸਰੀ ਪਿਨ ਤੋਂ VCC ਦੀ ਤਾਰ ਸਾਰੇ ਰਿਲੇ ਮੋਡਿਊਲ ਦੇ VCC ਤੇ ਲਗਾ ਦਿਓ। ਇੱਥੇ ਅਸੀਂ ਸੌਨ ਆਫ ਬੋਰਡ ਦੇ ਪਿਨ ਹੈਡਰ ਤੋਂ 3.3 ਵੋਲਟ ਨਹੀਂ ਇਸਤੇਮਾਲ ਕਰ ਸਕਦੇ, ਕਿਉਂਕਿ ਇਸ ਨਾਲ 5 ਵੋਲਟ ਦੀ ਰਿਲੇ ਨਹੀਂ ਚੱਲੇਗੀ। ਹੁਣ ਗਰਾਊਂਡ ਨੂੰ ਸੌਨ ਆਫ ਗਰਾਊਂਡ ਤੇ ਲਗਾਓ ਅਤੇ ਰਿਲੇ ਮੋਡਿਊਲ ਦੀਆਂ ਡਾਟਾ ਪਿਨਸ ਨੂੰ ਸੈੱਟ ਕੀਤੀਆਂ GPIO ਦੇ ਮੁਤਾਬਿਕ ਲਗਾਓ। ਬਸ ਇਸੇ ਨਾਲ ਹੀ ਸਾਡਾ ਹਾਰਡਵੇਅਰ ਪਾਰਟ ਵੀ ਪੂਰਾ ਹੋਇਆ। ਆਪਣੇ ਸੌਨ ਆਫ ਬੋਰਡ ਨੂੰ ਔਨ ਕਰੋ ਤੇ ਚਲਾ ਕੇ ਵੇਖੋ। ਇੱਥੇ ਇੱਕ ਸਾਵਧਾਨੀ ਜ਼ਰੂਰ ਰੱਖਣਾ, ਸੌਨ ਆਫ ਸਵਿਚ AC ਮੇਨ ਪਾਵਰ ਤੇ ਕੰਮ ਕਰਦੇ ਨੇ, ਇਸ ਲਈ ਇਹਨਾਂ ਨੂੰ ਵਰਤਦੇ ਹੋਏ ਇਸ ਗੱਲ ਦਾ ਖਾਸ ਖਿਆਲ ਰੱਖਣਾ, ਕਿਉਂਕਿ ਇਸ ਨਾਲ ਜਾਨ ਦਾ ਖਤਰਾ ਵੀ ਹੋ ਸਕਦਾ ਹੈ।
सब कुछ साडे सोचे मुताबिक चल रहा है। हुण कुछ एक्स्ट्रा काम भी कर लेंदे हाँ। अगर तुसी इन्हां नवें स्विचां नूं अपनी आवाज़ राही एलेक्सा नाल भी चलाना चाहुंदे हो तां उस लई क्लिक करो कॉन्फ़िगरेशन अते कॉन्फ़िगर अदर। इस स्क्रीन ते इस सोनोस स्विच का नाम दिओ। फ्रेंडली नेम विच अपने स्विचां दे वक्रे वक्रे नाम दिओ, जिवें लाइट, फैन, बल्ब, लैंप 1, लैंप 2 वगैरह। एमुलेशन फील्ड विच ह्यू ब्रिज सिलेक्ट करो अते सेव करो। तुहाडा स्विच रीस्टार्ट हो जाएगा। हुण अलेक्सा ऐप खोलो तो डिस्कवरी ऑन करके अपने नवे स्मार्ट स्विच इस विच ऐड कर लवो। जेकर तुसी होम असिस्टेंट भी यूज़ करते हो अते उस नाल भी ये स्विच यूज़ करना चाहते हो तां तुहानू पहलां उस लई MQTT सैटिंग करनी पवेगी। उस दे वास्ते क्लिक करो कॉन्फ़िगरेशन अते कॉन्फ़िगर MQTT। इत्थे MQTT होस्ट IP, यूज़र नेम अते पासवर्ड पाओ। हुण इस स्विच लई एक टॉपिक नाम पाओ। असी टेस्ट लैंप पा रहे हैं। हुण सेव करो तो रीस्टार्ट करो। होम असिस्टेंट विच लिखियां लाइनां नाल नवें स्विच ऐड कर लवो। कमांड अते स्टेट टॉपिक विच दिते नंबर उही हन जो असी उस दी रिले नूं सैट करन वेले दिते सन। सो अज वास्ते इन्ना ही। उम्मीद करता हाँ इस वीडियो राही तुहानू अपने सन ऑफ वरतन के कुछ नवे तरीके बारे पता चलिया होना है। इस तरह के होर प्रैक्टिकल आइडियाज़ पाउण लई चैनल नू सबसक्राइब जरूर कर लेना। अगर तुहाडा कोई सवाल या कोई नवा आइडिया होवे तो हेठां कमेंट जरूर करना, मैं जल्दी ही जवाब देंगा। सो दोस्तों, तुसी सेहतमंद रवो, सुरक्षित रवो। इसे अरदास नाल जल्द ही एक होर नवी वीडियो च मिलते हाँ। तां तक सत श्री अकाल।